ਪਿਆਰੇ ਵਿਦਿਆਰਥੀਓ, ਤੁਹਾਨੂੰ ਸਾਰਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ। ਅਸੀਂ ਅੱਜ ਨਵਾਂ ਟੌਪਿਕ ਕਰਾਂਗੇ, ਰਿਟਾਇਰਮੈਂਟ ਆਫ ਏ ਪਾਰਟਨਰ। ਜਦੋਂ ਹੁਣ ਸਾਡੀ ਇੱਕ ਫਰਮ ਚੱਲ ਰਹੀ ਹੈ, ਪਿਛਲੇ ਚੈਪਟਰ ਵਿੱਚ ਅਸੀਂ ਪਾਰਟਨਰ ਨੂੰ, ਸਾਂਝੇਦਾਰ ਨੂੰ ਐਡਮਿਸ਼ਨ ਦਿੱਤੀ ਸੀ, ਉਸ ਦਾ ਪਾਰਟਨਰਸ਼ਿਪ ਵਿੱਚ ਨਵਾਂ ਦਾਖਲਾ ਕੀਤਾ ਸੀ, ਯਾਨੀ ਕਿ ਅਸੀਂ ਨਵੇਂ ਪਾਰਟਨਰ ਨੂੰ ਐਡਮਿਸ਼ਨ ਦਿੱਤੀ ਸੀ। ਬਟ ਇਹ ਵਾਲੇ ਚੈਪਟਰ ਦੇ ਵਿੱਚ ਸਾਡੇ ਕੋਲ ਪਾਰਟਨਰਸ਼ਿਪ ਫਰਮ ਚੱਲ ਰਹੀ ਹੈ, ਉਹਨਾਂ ਪਾਰਟਨਰ ਦੇ ਵਿੱਚੋਂ ਕੋਈ ਇੱਕ ਜਾਂ ਦੋ ਪਾਰਟਨਰ ਰਿਟਾਇਰ ਹੋਣਾ ਚਾਹੁੰਦੇ ਹਨ, ਫਰਮ ਨੂੰ ਛੱਡਣਾ ਚਾਹੁੰਦੇ ਹਨ। ਤਾਂ ਉਹਦੇ ਬਾਰੇ ਅਕਾਊਂਟਿੰਗ ਟਰੀਟਮੈਂਟ ਕੀ ਹੋਏਗਾ, ਉਹਦੇ ਬਾਰੇ ਕਿੱਦਾਂ ਕਿੱਦਾਂ ਅਸੀਂ ਕੀ ਅਕਾਊਂਟ ਬਣਾਵਾਂਗੇ, ਇਸ ਚੈਪਟਰ ਵਿੱਚ ਸਾਰਾ ਕੁਝ ਹੈ। ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਕਿ ਰਿਟਾਇਰਮੈਂਟ ਆਫ ਏ ਪਾਰਟਨਰ ਹੈ ਕੀ। A partner has the right to retire from the firm after giving due notice in advance. Old partnership comes to an end after the retirement of a partner, but the firm continues and a new partnership comes into existence between the remaining partners. ਇੱਥੇ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਦੋਂ ਇੱਕ ਪਾਰਟਨਰ ਇੱਕ ਫਰਮ ਨੂੰ ਛੱਡ ਕੇ ਜਾਂਦਾ ਹੈ ਜਾਂ ਉੱਥੋਂ ਰਿਟਾਇਰ ਹੋਣਾ ਚਾਹੁੰਦਾ ਹੈ, ਤਾਂ ਉਸ ਨੂੰ ਐਡਵਾਂਸ ਦੇ ਵਿੱਚ ਇੱਕ ਨੋਟਿਸ ਦੇਣਾ ਪੈਂਦਾ ਹੈ ਕਿ ਮੈਂ ਫਰਮ ਤੋਂ ਰਿਟਾਇਰ ਹੋਣਾ ਚਾਹੁੰਦਾ ਹਾਂ। ਅਤੇ ਜਿਹੜੀ ਓਲਡ ਪਾਰਟਨਰਸ਼ਿਪ ਹੈ ਉਹ ਕੀ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਯਾਦ ਰੱਖਣਾ, ਵਰਡ ਬੋਲਿਆ ਜਾ ਰਿਹਾ ਹੈ ਕਿ ਜਿਹੜੀ ਓਲਡ ਪਾਰਟਨਰਸ਼ਿਪ ਹੈ ਉਹ ਕਮਸ ਟੂ ਐਨ ਐਂਡ, ਖਤਮ ਹੋ ਜਾਂਦੀ ਹੈ ਪਾਰਟਨਰ ਦੀ ਰਿਟਾਇਰਮੈਂਟ ਤੋਂ ਬਾਅਦ, ਬਟ ਜਿਹੜੀ ਫਰਮ ਹੈ ਉਹ ਚਲਦੀ ਰਹਿੰਦੀ ਹੈ। ਪਿਆਰੇ ਵਿਦਿਆਰਥੀਓ, 'ਤੇ ਦੋ ਗੱਲਾਂ ਆਈਆਂ ਨੇ, ਇੱਕ ਐਂਡ ਆਫ ਪਾਰਟਨਰਸ਼ਿਪ, ਇੱਕ ਐਂਡ ਆਫ ਫਾਰਮ। ਇੱਥੇ ਪਾਰਟਨਰਸ਼ਿਪ ਖਤਮ ਹੋਣੀ ਹੈ, ਨਾ ਕਿ ਫਰਮ ਖਤਮ ਹੋਣੀ ਹੈ। ਇਸ ਗੱਲ ਦਾ ਧਿਆਨ ਰੱਖਣਾ ਹੈ। ਹੁਣ ਅਸੀਂ ਇਸ ਨੂੰ ਪੰਜਾਬੀ ਵਰਸ਼ਨ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਾਰੇ ਸਾਂਝੇਦਾਰਾਂ ਦੇ ਆਪਸੀ ਸਮਝੌਤੇ ਅਨੁਸਾਰ ਹੀ ਸਾਂਝੇਦਾਰੀ ਦਾ ਗਠਨ ਅਤੇ ਅੰਤ ਹੁੰਦਾ ਹੈ। ਇਸ ਲਈ ਇੱਕ ਸਾਂਝੇਦਾਰ ਦੂਸਰੇ ਸਾਂਝੇਦਾਰਾਂ ਨੂੰ ਆਪਸੀ ਰਿਟਾਇਰਮੈਂਟ ਦੀ ਇੱਛਾ ਦਾ ਨੋਟਿਸ ਦੇ ਕੇ ਰਿਟਾਇਰ ਹੋ ਸਕਦਾ ਹੈ। ਇੱਕ ਸਾਂਝੇਦਾਰ ਦੇ ਰਿਟਾਇਰ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਪਿਆਰੇ ਵਿਦਿਆਰਥੀਓ, ਜਦੋਂ ਇੱਕ ਸਾਂਝੇਦਾਰ ਨੇ ਰਿਟਾਇਰ ਹੋਣਾ ਹੈ ਤਾਂ ਸਾਨੂੰ ਦੱਸਿਆ ਜਾ ਰਿਹਾ ਕਿ ਇਸ ਦੇ ਅਲੱਗ-ਅਲੱਗ ਕਾਰਨ ਹੋ ਸਕਦੇ ਹਨ। ਜਿਵੇਂ ਕਿ ਇੱਕ ਪਾਰਟਨਰ ਕਹਿੰਦਾ ਹੈ ਕਿ ਮੇਰੀ ਹੁਣ ਏਜ ਜ਼ਿਆਦਾ ਹੋ ਗਈ ਹੈ, ਮੈਂ ਰਿਟਾਇਰ ਹੋਣਾ ਚਾਹੁੰਦਾ, ਜਾਂ ਉਹ ਦੂਸਰੇ ਸਾਂਝੇਦਾਰਾਂ ਨਾਲ ਉਸ ਦੇ ਕਿਸੇ ਤਰ੍ਹਾਂ ਦੇ ਮਤਭੇਦ ਹੋ ਗਏ। ਅਸੀਂ ਆਮ ਹੀ ਸੁਣਦੇ ਹਾਂ ਕਿ ਇੱਕ ਪਾਰਟਨਰ ਦੀ ਦੂਸਰੇ ਪਾਰਟਨਰ ਨਾਲ ਆਪਸ ਵਿੱਚ ਨਹੀਂ ਬਣੀ ਔਰ ਉਹਨਾਂ ਦੇ ਆਪਸੀ ਮਤਭੇਦ ਹੋ ਗਏ, ਜਾਂ ਫਿਰ ਜਿਹੜਾ ਪਾਰਟਨਰ ਰਿਟਾਇਰ ਹੋਣਾ ਚਾਹੁੰਦਾ ਹੈ ਉਸ ਨੂੰ ਕਿਸੇ ਹੋਰ ਫਰਮ ਵਿੱਚ ਜਾਣ ਦਾ ਜਾਂ ਆਪਣਾ ਹੋਰ ਬਿਜ਼ਨਸ ਕਰਨ ਦਾ ਕੋਈ ਮੌਕਾ ਮਿਲ ਗਿਆ ਹੈ, ਤਾਂ ਵੀ ਉਹ ਫਰਮ ਤੋਂ ਰਿਟਾਇਰ ਹੋ ਸਕਦਾ ਹੈ। ਪਿਆਰੇ ਵਿਦਿਆਰਥੀਓ, ਹੁਣ ਇਸ ਤੋਂ ਬਾਅਦ ਅਸੀਂ ਰਿਟਾਇਰਮੈਂਟ 'ਤੇ ਅਲੱਗ-ਅਲੱਗ ਅਕਾਊਂਟਿੰਗ ਟਰੀਟਮੈਂਟ ਕਰਨੇ ਹਨ। ਇਹ ਅਲੱਗ-ਅਲੱਗ ਅਕਾਊਂਟਿੰਗ ਟਰੀਟਮੈਂਟ ਕੀ ਹਨ, ਇਸ ਨੂੰ ਅਸੀਂ ਬੜੇ ਧਿਆਨ ਨਾਲ ਪੜ੍ਹਾਂਗੇ। ਸਭ ਤੋਂ ਪਹਿਲਾ ਹੈ ਕੈਲਕੂਲੇਸ਼ਨ ਆਫ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਐਂਡ ਗੇਨਿੰਗ ਰੇਸ਼ੋ ਆਫ ਦੀ ਕੰਟੀਨਿਊਇੰਗ ਪਾਰਟਨਰਸ। ਦੂਸਰੇ ਨੰਬਰ 'ਤੇ ਹੈ ਟਰੀਟਮੈਂਟ ਆਫ ਗੁੱਡਵਿਲ। ਥਰਡ ਵਨ ਇਜ਼ ਅਕਾਊਂਟਿੰਗ ਟਰੀਟਮੈਂਟ ਆਫ ਰਿਵੈਲੂਏਸ਼ਨ ਆਫ ਐਸੈਟਸ ਐਂਡ ਲਾਇਬਿਲਿਟੀਜ਼। Fourth one, accounting treatment of reserves, accumulated profits and losses. Fifth one is payment to retiring partner. Sixth number is adjustment of capital in proportion to profit sharing ratio. ਪਿਆਰੇ ਵਿਦਿਆਰਥੀਓ, ਸਾਰੇ ਚੈਪਟਰ ਦੇ ਵਿੱਚ ਅਸੀਂ ਇਹ 6 ਤਰ੍ਹਾਂ ਦੇ ਅਲੱਗ-ਅਲੱਗ ਟਰੀਟਮੈਂਟ ਨੇ, ਅਕਾਊਂਟਿੰਗ ਟਰੀਟਮੈਂਟ ਨੇ, ਜਿਨ੍ਹਾਂ ਨੂੰ ਅਸੀਂ 1 by 1 ਕਰਾਂਗੇ। ਅੱਜ ਅਸੀਂ ਸ਼ੁਰੂ ਕਰਾਂਗੇ ਕੈਲਕੂਲੇਸ਼ਨ ਆਫ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਐਂਡ ਗੇਨਿੰਗ ਰੇਸ਼ੋ ਆਫ ਦੀ ਕੰਟੀਨਿਊਇੰਗ ਪਾਰਟਨਰਸ। ਵਿਦਿਆਰਥੀਓ,
पहला नंबर है कैलकुलेशन ऑफ न्यू प्रॉफिट शेयरिंग रेशो एंड गेनिंग रेशो ऑफ द कंटिन्यूइंग पार्टनर्स। प्यारे विद्यार्थियों, न्यू प्रॉफिट शेयरिंग रेशो की है किसी साझेदार दे रिटायर होने उत्ते उस दा हिस्सा बाकी साझेदारां द्वारा लै लिया जाता है। मान लो आप एग्जाम्पल कोड करते हैं, देर आर 3 पार्टनर्स ए बी एंड सी। ਜਦੋਂ ਸੀ ਫਰਮ ਦੇ ਵਿੱਚੋਂ ਰਿਟਾਇਰ ਹੋ ਰਿਹਾ ਹੈ ਤਾਂ ਉਸ ਦਾ ਜਿਹੜਾ ਸ਼ੇਅਰ ਹੈ ਉਹ ਵਾਲਾ ਸ਼ੇਅਰ ਬਾਕੀ ਰਹਿੰਦੇ 2 ਪਾਰਟਨਰ ਮਿਸਟਰ ਏ ਐਂਡ ਬੀ ਆਪਸ ਦੇ ਵਿੱਚ ਵੰਡ ਲੈਂਦੇ ਹਨ। ਆਪਸ ਵਿੱਚ ਵੰਡਣ ਦਾ ਅਨੁਪਾਤ ਕੋਈ ਵੀ ਹੋ ਸਕਦਾ ਹੈ, ਚਾਹੇ ਉਹ ਬਰਾਬਰ ਬਰਾਬਰ ਵੰਡਣ, ਚਾਹੇ ਉਹ 2:1 ਦੇ ਅਨੁਪਾਤ ਵਿੱਚ ਵੰਡਣ, ਚਾਹੇ ਉਹ 1:2 ਦੇ ਅਨੁਪਾਤ ਵਿੱਚ ਵੰਡਣ। ਇਹ ਗੱਲ ਕੋਈ ਮੈਟਰ ਨਹੀਂ ਕਰਦੀ। ਲੇਕਿਨ ਜਿਹੜਾ ਪਾਰਟਨਰ ਰਿਟਾਇਰ ਹੋ ਰਿਹਾ ਹੈ ਉਸ ਦੇ ਹਿੱਸੇ ਨੂੰ ਜਦੋਂ ਆਪਸ ਵਿੱਚ ਦੋਨੋਂ ਵੰਡਦੇ ਹਨ ਤਾਂ ਪੁਰਾਣੇ ਪਾਰਟਨਰ ਦਾ ਹਿੱਸਾ ਤੇ ਨਵੇਂ ਪਾਰਟਨਰ ਦੇ ਹਿੱਸੇ ਵਿੱਚੋਂ ਲਿਆ ਗਿਆ ਹਿੱਸਾ, ਉਸ ਨੂੰ ਅਸੀਂ ਕਹਿੰਦੇ ਹਾਂ ਇਕਵਾਇਰਡ ਸ਼ੇਅਰ। ਜਦੋਂ ਓਲਡ ਸ਼ੇਅਰ ਤੇ ਇਕਵਾਇਰਡ ਸ਼ੇਅਰ ਨੂੰ ਆਪਸ ਵਿੱਚ ਤੇ ਉਹ ਉਹਨਾਂ ਦਾ ਵੰਡਣਾ ਜ਼ਰੂਰੀ ਹੈ? ਨਹੀਂ ਜੀ, ਇਹ ਜ਼ਰੂਰੀ। ਰੇਸ਼ੋ ਨਿਊ ਇਸ ਤੋਂ ਅੱਗੇ ਪਿਆਰੇ ਵਿਦਿਆਰਥੀ ਆ ਜਾਓ ਨੈਕਸਟ ਗੇਨਿੰਗ ਰੇਸ਼ੋ। ਗੇਨਿੰਗ ਰੇਸ਼ੋ ਕੀ ਹੈ? ਸਾਂਝੇਦਾਰ ਦੀ ਮੌਤ ਜਾਂ ਰਿਟਾਇਰ ਹੋਣ ਉੱਤੇ ਉਸ ਦਾ ਹਿੱਸਾ ਬਾਕੀ ਸਾਂਝੇਦਾਰਾਂ ਦੁਆਰਾ ਖਰੀਦ ਲਿਆ ਜਾਂਦਾ ਹੈ। ਵਾਧਾ ਅਨੁਪਾਤ ਉਹ ਹੈ ਜਿਸ ਵਿੱਚ ਬਾਕੀ ਸਾਂਝੇਦਾਰ ਰਿਟਾਇਰ ਹੋਣ ਵਾਲੇ ਸਾਂਝੇਦਾਰ ਦੇ ਹਿੱਸੇ ਨੂੰ ਜਦੋਂ ਕਿ ਇਹ ਖਰੀਦ ਲੈਂਦੇ ਹਨ। ਤਾਂ ਗੇਨ ਕਿਹਦੇ ਬਰਾਬਰ ਹੁੰਦਾ ਹੈ? ਨਿਊ ਸ਼ੇਅਰ ਮਾਈਨਸ ਓਲਡ ਸ਼ੇਅਰ। ਪਿਆਰੇ ਵਿਦਿਆਰਥੀਓ, ਐਗਜ਼ਾਮਪਲ ਕੋਡ ਕਰਦੇ ਹਾਂ ਕਿ ਹੁਣ ਇਸ ਟਾਈਮ ਆਪਾਂ ਐਗਜ਼ਾਮਪਲ ਕਿਵੇਂ ਕੋਡ ਕਰਦੇ ਹਾਂ ਕਿ ਜਿੰਨਾ ਨਵਾਂ ਸ਼ੇਅਰ ਅਸੀਂ ਉੱਪਰ ਨਿਕਾਲਿਆ ਹੈ ਨਿਊ ਸ਼ੇਅਰ, ਹੁਣ ਨਿਊ ਸ਼ੇਅਰ ਦੇ ਵਿੱਚੋਂ ਜਦੋਂ ਅਸੀਂ ਓਲਡ ਸ਼ੇਅਰ ਨੂੰ ਮਾਈਨਸ ਕਰਾਂਗੇ ਤਾਂ ਉਹ ਕਿਸੇ ਪਾਰਟਨਰ ਦਾ ਕੀ ਹੁੰਦਾ ਹੈ? ਗੇਨ ਹੁੰਦਾ ਹੈ। ਸਪੋਜ਼ ਇਸ ਟਾਈਮ ਮਿਸਟਰ ਏ ਨੂੰ 5 ਹਿੱਸੇ ਮਿਲ ਰਹੇ ਨੇ ਤਾਂ ਪਹਿਲਾਂ ਉਹਨੂੰ ਹਿੱਸੇ ਮਿਲ ਰਹੇ ਸੀ 3। ਹੁਣ ਅਸੀਂ 5 ਹਿੱਸਿਆਂ ਵਿੱਚੋਂ ਜਦੋਂ 3 ਹਿੱਸੇ ਮਾਈਨਸ ਕਰ ਦਾਂਗੇ ਤਾਂ ਮਿਸਟਰ ਏ ਨੂੰ ਕਿੰਨੇ ਗੇਨ ਹੋ ਜਾਣਗੇ? 2 ਹਿੱਸੇ। ਅਸੀਂ ਇਸ ਨੂੰ ਅੱਗੇ ਇੱਕ ਇਲਸਟ੍ਰੇਸ਼ਨ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਤੁਹਾਡੀ ਸਕਰੀਨ 'ਤੇ ਆ ਰਿਹਾ ਹੈ, ਧਿਆਨ ਨਾਲ ਦੇਖੋ। ਕੈਲਕੂਲੇਸ਼ਨ ਆਫ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਐਂਡ ਗੇਨਿੰਗ ਰੇਸ਼ੋ ਆਫ ਦੀ ਕੰਟੀਨਿਊਇੰਗ ਪਾਰਟਨਰਸ ਨੂੰ ਅਸੀਂ ਇੱਕ ਇਲਸਟ੍ਰੇਸ਼ਨ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਲੈਟਸ ਸੀ, ਤੁਹਾਨੂੰ ਸਾਰਾ ਕੰਸੈਪਟ ਕਲੀਅਰ ਹੋ ਜਾਏਗਾ। ਬੜੇ ਧਿਆਨ ਨਾਲ ਸਮਝੋ ਮਾਈ ਡੀਅਰ ਸਟੂਡੈਂਟਸ। ਏ ਬੀ ਐਂਡ ਸੀ ਆਰ ਪਾਰਟਨਰਸ in firm sharing profits in the ratio of 5:4:3. B retired and his share was divided equally between A and C. ਪਿਆਰੇ ਵਿਦਿਆਰਥੀਓ, ਇੱਥੇ 3 ਪਾਰਟਨਰ ਨੇ A, B ਐਂਡ C ਔਰ ਉਹਦੇ ਵਿੱਚੋਂ ਮਿਸਟਰ ਜਿਹੜਾ B ਹੈ ਉਹ ਰਿਟਾਇਰ ਹੋ ਰਿਹਾ ਹੈ ਤੇ ਉਸ ਤੋਂ ਬਾਅਦ A ਤੇ C B ਦੇ ਹਿੱਸੇ ਨੂੰ ਬਰਾਬਰ ਬਰਾਬਰ ਵੰਡਣਾ ਚਾਹੁੰਦੇ ਨੇ। ਕੈਲਕੂਲੇਟ ਦੀ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਆਫ ਏ ਐਂਡ ਸੀ ਜੀ। ਹੁਣ ਅਸੀਂ ਇਸ ਦਾ ਸੋਲੂਸ਼ਨ ਦੇਖਦੇ ਹਾਂ ਕਿ ਬੀ ਜਿਹੜਾ ਸ਼ੇਅਰ ਹੈ ਵਿਲ ਬੀ ਡਿਵਾਈਡਡ ਬਿਟਵੀਨ ਏ ਐਂਡ ਸੀ ਇਨ ਦੀ ਰੇਸ਼ੋ ਆਫ 1:1। ਅਸੀਂ ਇੱਥੇ 1:1 ਕਿਉਂ ਲਿਖਿਆ? ਕਿਉਂਕਿ ਉਹ ਬੀ ਦੇ ਹਿੱਸੇ ਨੂੰ ਇਕੁਅਲੀ ਵੰਡਣਾ ਚਾਹੁੰਦੇ ਨੇ। ਇਕੁਅਲੀ ਦਾ ਮਤਲਬ ਕੀ ਹੁੰਦਾ ਹੈ? 1:1 ਯਾਨੀ ਕਿ ਬਰਾਬਰ ਬਰਾਬਰ। ਤਾਂ ਫਿਰ ਏ ਵਿਲ ਗੇਨ, ਏ ਕਿਵੇਂ ਗੇਨ ਕਰੇਗਾ? ਹੁਣ ਅਸੀਂ ਦੇਖਦੇ ਹਾਂ ਕਿ ਸੀ ਦਾ ਹਿੱਸਾ ਹੈ ਕਿੰਨਾ ਜੀ। ਸੀ ਦਾ ਹਿੱਸਾ ਹੈ ਇੱਥੇ ਸਾਡੇ ਕੋਲ
3/12, बी का किन्ना है 4/12, ए का किन्ना है 5/12। हुण रिटायर कौन हो रहा है बी, तो बी का हिस्सा किन्ना बनेगा 4/12। हुण असी 4/12 नूं बराबर बराबर दो हिस्सों में वंडना है। याद रखना माई डियर स्टूडेंट्स, ਜਿਹੜੇ ਹਿੱਸੇ ਨੂੰ ਵੰਡਿਆ ਜਾਣਾ ਹੈ ਉਸ ਨੂੰ ਬਾਅਦ ਵਿੱਚ ਲਿਖਿਆ ਜਾਂਦਾ ਹੈ। ਆਲਵੇਜ਼ ਉਸ ਨੂੰ ਬਾਅਦ ਵਿੱਚ ਲਿਖਿਆ ਜਾਂਦਾ ਹੈ। ਤਾਂ ਅਸੀਂ ਲਿਖਾਂਗੇ a will gain is equal to 1/2 of 4/12। ਹੁਣ ਅਸੀਂ ਜਿਹੜਾ 4/12 ਲਿਖਿਆ ਹੈ ਨਾ, ਇਸ ਹਿੱਸੇ ਨੂੰ ਵੰਡਣਾ ਹੈ, ਇਸ ਵਾਸਤੇ ਅਸੀਂ ਇਸ ਨੂੰ ਬਾਅਦ ਵਿੱਚ ਲਿਖਿਆ ਹੈ। ਤੇ 1/2 of 4/12 is equal to ਕੀ ਹੋਏਗਾ 2/12। ਇਹ ਇੰਨਾ ਗੇਨ ਕਰੇਗਾ। ਇਹ ਹੋ ਗਿਆ A ਦਾ ਗੇਨ। ਹੁਣ ਅਸੀਂ A ਦੀ ਨਵੀਂ ਰੇਸ਼ੋ ਨਿਕਾਲਾਂਗੇ। A ਦਾ ਪੁਰਾਣਾ ਸ਼ੇਅਰ ਕਿੰਨਾ ਹੈ 5/12, ਅਸੀਂ ਪਹਿਲਾਂ ਬੋਲ ਚੁੱਕੇ ਹਾਂ। ਅਤੇ ਉਹਨੂੰ A ਨੂੰ ਗੇਨ ਕਿੰਨਾ ਹੋਇਆ 2/12। 5/12 ਪਲੱਸ 2/12 ਇਜ਼ ਇਕੁਅਲ ਟੂ 7/12। ਇਹ ਹੋ ਗਿਆ A ਦਾ ਨਿਊ ਸ਼ੇਅਰ। ਪਿਆਰੇ ਵਿਦਿਆਰਥੀਓ, ਅਸੀਂ A ਦਾ ਗੇਨ ਵੀ ਕੱਢ ਲਿਆ, ਅਸੀਂ A ਦਾ ਨਿਊ ਸ਼ੇਅਰ ਵੀ ਕੱਢ ਲਿਆ। ਨਾਓ ਕਮ ਟੂ C ਵਿਲ ਗੇਨ ਪਹਿਲਾਂ ਦੀ ਤਰ੍ਹਾਂ, ਕਿਉਂਕਿ ਬਰਾਬਰ ਬਰਾਬਰ ਹੈ, C ਦਾ ਵੀ ਉਹਨਾਂ ਆਏਗਾ 1/2 of 4/12 is equal to 2/12। Hence C's new share will be 3/12 plus 2/12। ਹੁਣ ਤੁਸੀਂ ਸੋਚਦੇ ਹੋਵੋਗੇ ਕਿ 3/12 ਕਿੱਥੋਂ ਆਇਆ, ਕਿਉਂਕਿ ਉੱਪਰ ਆਪਾਂ ਪੜ੍ਹ ਰਹੇ ਹਾਂ ਸਟੇਟਮੈਂਟ ਵਿੱਚ ਕਿ A, B ਐਂਡ C ਦੀ ਰੇਸ਼ੋ ਕਿੰਨੀ ਹੈ 5:4:3। ਅਤੇ ਅਸੀਂ ਤਿੰਨਾਂ ਦਾ ਟੋਟਲ ਕਰਾਂਗੇ 5 + 4 + 3 ਤਾਂ ਕਿੰਨਾ ਬਣੇਗਾ 12। ਤਾਂ A ਦਾ ਪੁਰਾਣਾ ਹਿੱਸਾ ਕਿੰਨਾ ਹੈ 5 ਕਿੰਨਾ ਹੈ ਜੀ 5/12। ਤਾਂ ਹੁਣ ਅਸੀਂ ਉਹ ਇਹ ਦੇਖਦੇ ਹਾਂ ਕਿ C ਦਾ ਨਿਊ ਸ਼ੇਅਰ ਕਿੰਨਾ ਹੋਏਗਾ। C ਦਾ ਕਿੰਨਾ ਹੈ ਜੀ 3/12 ਪਲੱਸ ਉਹਨੂੰ ਗੇਨ ਕਿੰਨਾ ਹੋ ਰਿਹਾ 2/12, ਅਤੇ ਟੋਟਲ ਕਿੰਨਾ ਬਣ ਗਿਆ 5/12। ਤਾਂ ਜੀ A ਦਾ ਪੁਰਾਣਾ ਹਿੱਸਾ ਸੀ 5/12, C ਦਾ ਪੁਰਾਣਾ ਹਿੱਸਾ ਹੈ 3/12, ਅਤੇ ਇਹਨਾਂ ਦੋਨਾਂ ਵਿੱਚ ਜੋੜ ਦਿੱਤਾ 2/12 2/12 ਕਿਉਂ ਜੋੜਿਆ, ਕਿਉਂਕਿ C ਦੇ ਅਸੀਂ ਹਿੱਸਿਆਂ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਤਾਂ ਹੁਣ C ਦਾ ਨਿਊ ਸ਼ੇਅਰ ਹੋ ਗਿਆ 5/12। ਤਾਂ ਨਿਊ ਰੇਸ਼ੋ ਪਿਆਰੇ ਵਿਦਿਆਰਥੀਓ ਕਿੰਨੀ ਹੋਏਗੀ 7/12 is to 5/12 is equal to 7:5। ਇਹ ਤਾਂ ਸੀ ਸਾਡੇ ਕੋਲ ਕੀ ਸਮਝਿਆ ਸੀ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਅਤੇ ਗੇਨਿੰਗ ਰੇਸ਼ੋ। ਤਾਂ ਪਿਆਰੇ ਵਿਦਿਆਰਥੀਓ ਇਸ ਤੋਂ ਅੱਗੇ ਬੜਾ ਹੀ ਇੰਪੋਰਟੈਂਟ ਟੋਪਿਕ ਹੈ ਜਿਹੜਾ ਕਿ ਹਰੇਕ ਵਾਰੀ ਪੇਪਰ ਵਿੱਚ ਆਉਂਦਾ ਹੈ, ਉਹ ਹੈ ਜੀ ਡਿਫਰੈਂਸ ਬਿਟਵੀਨ ਸੈਕਰੀਫਾਈਸਿੰਗ ਰੇਸ਼ੋ ਐਂਡ ਗੇਨਿੰਗ ਰੇਸ਼ੋ। ਤਿਆਗ ਅਨੁਪਾਤ ਅਤੇ ਵਾਧਾ ਅਨੁਪਾਤ। ਵਾਧਾ ਅਨੁਪਾਤ ਕੀ ਹੈ ਗੇਨਿੰਗ ਰੇਸ਼ੋ, ਤਿਆਗ ਅਨੁਪਾਤ ਕੀ ਹੈ ਸੈਕਰੀਫਾਈਸਿੰਗ ਰੇਸ਼ੋ। ਤਾਂ ਅਸੀਂ ਇਹਨਾਂ ਦੇ ਵਿੱਚ ਆਪਸ ਵਿੱਚ ਕੀ ਡਿਫਰੈਂਸ ਹੈ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਨੰਬਰ 1, ਇਸ ਵਿੱਚ ਪੁਰਾਣੇ ਸਾਂਝੇਦਾਰ ਆਪਣੇ ਹਿੱਸੇ ਦਾ ਨਵੇਂ ਸਾਂਝੇਦਾਰ ਲਈ ਤਿਆਗ ਕਰਦੇ ਹਨ। ਯਾਨੀ ਕਿ ਮੰਨ ਲਓ ਪਹਿਲਾਂ ਦੋ ਪਾਰਟਨਰ ਨੇ A ਐਂਡ B, ਨਵਾਂ ਪਾਰਟਨਰ ਆ ਗਿਆ C ਨੇ A ਅਤੇ B ਕੋਲ ਹਿੱਸਾ ਲੈਣਾ ਹੈ, ਅਤੇ A ਅਤੇ B ਆਪਦੇ ਹਿੱਸੇ ਦਾ ਕੀ ਕਰਨਗੇ ਸੈਕਰੀਫਾਈਸ ਤਿਆਗ। ਲੇਕਿਨ ਵਾਧਾ ਅਨੁਪਾਤ ਵਿੱਚ ਜਿਹੜਾ ਪਰਸਨ ਰਿਟਾਇਰ ਹੋ ਰਿਹਾ ਹੈ, ਰਿਟਾਇਰ ਹੋਣ ਵਾਲਾ ਸਾਂਝੇਦਾਰ ਲਾਭ ਦੇ ਹਿੱਸੇ ਨੂੰ ਬਾਕੀ ਸਾਂਝੇਦਾਰ ਸ਼ਾਮਲ ਕਰਦੇ ਹਨ। ਯਾਨੀ ਕਿ ਵਾਧੇ ਅਨੁਪਾਤ ਵਿੱਚ ਪੁਰਾਣੇ ਸਾਂਝੇਦਾਰਾਂ ਦੇ ਹਿੱਸੇ ਵਿੱਚ ਵਾਧਾ ਹੁੰਦਾ ਹੈ, ਲੇਕਿਨ ਤਿਆਗ ਅਨੁਪਾਤ ਵਿੱਚ ਪੁਰਾਣੇ ਸਾਂਝੇਦਾਰਾਂ ਦੇ ਹਿੱਸੇ ਵਿੱਚ ਕਮੀ ਆਉਂਦੀ ਹੈ। ਇਹ ਹੈ ਜੀ ਪਹਿਲਾ ਡਿਫਰੈਂਸ। ਨੰਬਰ 2, ਤਿਆਗ ਅਨੁਪਾਤ ਵਿੱਚ ਗਣਨਾ ਸਾਂਝੇਦਾਰ ਦੇ ਦਾਖਲੇ ਦੇ ਸਮੇਂ ਲਾਭ ਵੰਡ ਸਮੇਂ 'ਤੇ ਕੀਤੀ ਜਾਂਦੀ ਹੈ, ਲੇਕਿਨ ਵਾਧਾ ਅਨੁਪਾਤ ਵਿੱਚ ਇਸ ਦੀ ਗਣਨਾ ਸਾਂਝੇਦਾਰ ਦੇ ਰਿਟਾਇਰ ਹੋਣ ਉੱਤੇ ਲਾਭ ਵੰਡ ਅਨੁਪਾਤ ਦੇ ਸਮੇਂ 'ਤੇ ਕੀਤੀ ਜਾਂਦੀ ਹੈ। ਯਾਨੀ ਕਿ ਇਹਦੀ ਐਡਮਿਸ਼ਨ ਵੇਲੇ ਅਸੀਂ ਟਰੀਟਮੈਂਟ ਕਰਦੇ ਹਾਂ, ਉਸ ਦਾ ਰਿਟਾਇਰਮੈਂਟ ਵੇਲੇ ਕਰਦੇ ਹਾਂ। ਨੰਬਰ 3, ਇਸ ਦੀ ਵਰਤੋਂ ਨਵੇਂ ਸਾਂਝੇਦਾਰ ਦੁਆਰਾ ਲਗਾਈ ਗਈ ਨਗਦੀ ਸ਼ਾਖ ਦਾ ਭੁਗਤਾਨ ਕਰਨ ਲਈ ਕਰਦੇ ਹਾਂ। ਇਸ ਦੇ ਵਿੱਚ ਨਵੇਂ ਸਾਂਝੇਦਾਰ ਜਿਹੜਾ ਗੁੱਡਵਿਲ ਹੈ ਉਹ ਲੈ ਕੇ ਆਉਂਦਾ ਹੈ, ਉਹ ਸੀ ਉਸ ਦੇ ਗੁੱਡਵਿਲ ਦੇ ਸ਼ੇਅਰ ਨੂੰ
ਕੀ ਕਰਦੇ ਹਾਂ ਅਸੀਂ ਸੈਕਰੀਫਾਈਸ ਰੇਸ਼ੋ ਦੇ ਅਕੋਰਡਿੰਗ ਕੈਲਕੂਲੇਟ ਕਰਦੇ ਆ। ਤੁਸੀਂ ਪਹਿਲਾਂ ਇਸ ਨੂੰ ਕਰ ਚੁੱਕੇ ਹੋ, ਯੂ ਨੋ ਵੈਰੀ ਵੈਲ। ਬਟ ਵਾਧਾ ਅਨੁਪਾਤ ਦੇ ਵਿੱਚ ਕੀ ਹੈ, ਇਸ ਦੀ ਵਰਤੋਂ ਬਾਕੀ ਸਾਂਝੇਦਾਰਾਂ ਅਤੇ ਰਿਟਾਇਰ ਹੋਣ ਵਾਲੇ ਸਾਂਝੇਦਾਰ ਸ਼ਾਖ ਵਿੱਚ ਹਿੱਸਾ ਹਾਸਲ ਕਰਨ ਲਈ ਕਰਦਾ ਹੈ। ਇਸ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਗੁੱਡਵਿਲ ਦੀ ਵੈਲਿਊ ਪਾਈ ਜਾਂਦੀ ਹੈ ਐਟ ਦੀ ਟਾਈਮ ਆਫ ਰਿਟਾਇਰਮੈਂਟ, ਅਤੇ ਉਸ ਗੁੱਡਵਿਲ ਦੀ ਵੈਲਿਊ ਦੇ ਵਿੱਚੋਂ ਉਸ ਦਾ ਸ਼ੇਅਰ ਨਿਕਾਲ ਕੇ ਗੇਨਿੰਗ ਰੇਸ਼ੋ ਦੇ ਵਿੱਚ ਅਸੀਂ ਉਸ ਦੀ ਜਰਨਲ ਐਂਟਰੀ ਕਰਦੇ ਹਾਂ। ਜਦੋਂ ਅਸੀਂ ਅੱਗੇ ਜਾ ਕੇ ਇਹਦੀ ਜਰਨਲ ਐਂਟਰੀ ਕਰਾਂਗੇ ਤਾਂ ਨੈਕਸਟ ਲੈਕਚਰ ਦੇ ਵਿੱਚ ਆਪ ਜੀ ਨੂੰ ਬੜੇ ਵਧੀਆ ਤਰੀਕੇ ਨਾਲ ਸਮਝ ਆ ਜਾਏਗਾ ਜੀ। ਨੰਬਰ 4, ਤਿਆਗ ਅਨੁਪਾਤ ਦਾ ਫਾਰਮੂਲਾ ਹੁੰਦਾ ਹੈ ਪੁਰਾਣਾ ਹਿੱਸਾ ਮਾਈਨਸ ਨਵਾਂ ਹਿੱਸਾ, ਓਲਡ ਸ਼ੇਅਰ ਮਾਈਨਸ ਨਿਊ ਸ਼ੇਅਰ। 1 ਨੰਬਰ ਦਾ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ। ਲੇਕਿਨ ਵਾਧਾ ਅਨੁਪਾਤ ਦਾ ਫਾਰਮੂਲਾ ਕੀ ਹੈ ਜੀ? ਨਵਾਂ ਹਿੱਸਾ ਮਾਈਨਸ ਪੁਰਾਣਾ ਹਿੱਸਾ, ਨਿਊ ਸ਼ੇਅਰ ਮਾਈਨਸ ਓਲਡ ਸ਼ੇਅਰ। ਨੈਕਸਟ ਨੰਬਰ, ਤਿਆਗ ਅਨੁਪਾਤ ਨਾਲ ਪੁਰਾਣੇ ਸਾਂਝੇਦਾਰਾਂ ਦਾ ਲਾਭ ਵਿੱਚ ਹਿੱਸਾ ਘੱਟ ਹੋ ਜਾਂਦਾ ਹੈ। ਜਦੋਂ ਅਸੀਂ ਐਡਮਿਸ਼ਨ ਦੀ ਗੱਲ ਕਰਦੇ ਹਾਂ ਤਾਂ ਜਦੋਂ ਨਵਾਂ ਪਾਰਟਨਰ ਆਉਂਦਾ ਹੈ ਤਾਂ ਉਹ ਪੁਰਾਣੇ ਪਾਰਟਨਰਸ ਦੇ ਕੋਲੋਂ ਕੁਝ ਹਿੱਸਾ ਲੈਂਦਾ ਹੈ। ਜਦੋਂ ਪੁਰਾਣੇ ਪਾਰਟਨਰ ਕੋਲੋਂ ਹਿੱਸਾ ਲੈਂਦਾ ਹੈ ਤਾਂ ਮਾਈ ਡੀਅਰ ਸਟੂਡੈਂਟਸ, ਜਿਹੜੇ ਪੁਰਾਣੇ ਸਾਂਝੇਦਾਰ ਹੁੰਦੇ ਨੇ ਉਹਨਾਂ ਦਾ ਪ੍ਰੋਫਿਟ ਦੇ ਵਿੱਚ ਜਿਹੜਾ ਸ਼ੇਅਰ ਹੈ ਉਹ ਘੱਟ ਜਾਂਦਾ ਹੈ। ਲੇਕਿਨ ਵਾਧਾ ਅਨੁਪਾਤ ਦੇ ਵਿੱਚ ਕੀ ਹੋ ਰਿਹਾ ਹੈ ਕਿ ਇੱਕ ਪਾਰਟਨਰ ਛੱਡ ਕੇ ਜਾ ਰਿਹਾ ਹੈ ਤਾਂ ਉਹਦਾ ਹਿੱਸਾ ਉਲਟਾ ਪੁਰਾਣੇ ਜਿਹੜੇ ਬਾਕੀ ਪਾਰਟਨਰ ਰਹਿ ਗਏ ਨੇ, ਜਿਨ੍ਹਾਂ ਨੂੰ ਅਸੀਂ ਪੁਰਾਣੇ ਪਾਰਟਨਰ ਵੀ ਕਹਿ ਸਕਦੇ ਹਾਂ, ਉਹ ਉਹਦਾ ਹਿੱਸਾ ਲੈ ਲੈਂਦੇ ਨੇ। ਜਦੋਂ ਉਹਦਾ ਹਿੱਸਾ ਲੈ ਲੈਂਦੇ ਨੇ ਤਾਂ ਉਲਟਾ ਉਹਨਾਂ ਦੇ ਹਿੱਸੇ ਦੇ ਵਿੱਚ ਵਾਧਾ ਹੋ ਜਾਂਦਾ ਹੈ। ਅਤੇ ਅਸੀਂ ਇਹ ਕਹਾਂਗੇ ਕਿ ਤਿਆਗ ਅਨੁਪਾਤ ਦੇ ਵਿੱਚ ਜਿਹੜਾ ਉਹਨਾਂ ਦਾ ਹਿੱਸਾ ਘੱਟ ਹੁੰਦਾ ਹੈ, ਵਾਧਾ ਅਨੁਪਾਤ ਵਿੱਚ ਉਹਨਾਂ ਦਾ ਹਿੱਸਾ ਵੱਧ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਵਾਲਾ ਸਾਰਾ ਟੌਪਿਕ ਸਮਝ ਆ ਗਿਆ ਹੋਣਾ ਹੈ। ਜੇ ਤੁਹਾਨੂੰ ਇਹ ਟੌਪਿਕ ਸਮਝ ਆ ਗਿਆ ਹੈ ਤਾਂ ਉਮੀਦ ਕਰਦਾ ਕਿ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਕਮੈਂਟ ਕਰੋ। ਤੁਹਾਨੂੰ ਕੁਝ ਸਮਝ ਨਹੀਂ ਆਉਂਦਾ, ਮੋਸਟ ਵੈਲਕਮ, ਮੈਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ, ਐਨੀ ਟਾਈਮ। ਇੱਕ ਵਾਰ ਫੇਰ ਨਵਾਂ ਲੈਕਚਰ ਲੈ ਕੇ ਦੁਬਾਰਾ ਮਿਲਾਂਗੇ। ਇਹ ਵਾਲਾ ਲੈਕਚਰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕਸ ਫਾਰ ਵਾਚਿੰਗ ਦਿਸ ਵੀਡੀਓ। ਰੱਬ ਰਾਖਾ। ਜੈ ਹਿੰਦ।